कि वो कल्ले हरियाणे ਦੀਆਂ ਸਾਡੀਆਂ ਉਹ ਨੌਜਵਾਨ ਕੁੜੀਆਂ ਦਾ ਮਾਮਲਾ नहीं है। ਇਹ ਕੱਲ ਨੂੰ ਸਾਡੀਆਂ ਵੀ ਧੀਆਂ ਨੇ, ਸਾਡੀਆਂ ਪੰਜਾਬ ਦੀਆਂ ਵੀ ਧੀਆਂ ਨੇ, ਉਹਨਾਂ ਨੇ ਵੀ ਮਤਲਬ ਇਹੋ ਜਿਹੇ ਖੇਤਰਾਂ ਦੇ ਅੰਦਰ ਅੱਗੇ ਵਧਣਾ। ਜੇ ਇਹੋ ਜਿਹੇ ਗੁੰਡਾ ਅੰਤਰਾਂ ਨੂੰ ਅਸੀਂ ਨੱਥ ਨਾ ਪਾਈ, ਜੇ ਇਹੋ ਜਿਹੇ ਗੁੰਡਾ ਅੰਤਰਾਂ ਨੂੰ ਅਸੀਂ ਧੱਕ ਕੇ ਪਿੱਛੇ ਨਾ ਕੀਤਾ ਤਾਂ ਕੱਲ ਨੂੰ ਉਹਨਾਂ ਦੇ ਹੌਸਲੇ ਨੇ ਜਿਹੜੇ ਹੋਰ ਬੁਲੰਦ ਹੋਣਗੇ। ਸਾਡੀਆਂ ਪਹਿਲਵਾਨ ਸਾਡੀਆਂ ਧੀਆਂ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਭਿਆਨਕ ਹੋਊਗਾ। 38-40 ਕਰੀਬ ਦੇ ਜਿਹੜੇ ਬ੍ਰਿਜਭੂਸ਼ਣ ਦੇ ਉੱਤੇ ਪਰਚੇ ਦਰਜ ਹੋਣ ਤੋਂ ਬਾਅਦ ਵੀ ਅੱਜ ਉਹ ਸ਼ਰੇਆਮ ਜਿਹੜਾ ਹੈਗਾ ਦੰਡ ਲਾਉਂਦਾ ਤੁਰਿਆ ਫਿਰਦਾ ਤੇ ਇੱਕ ਉਹੋ ਜਿਹੇ ਅਹੁਦੇ ਦੇ ਉੱਤੇ ਇੱਥੋਂ ਦੀ ਬੀਜੇਪੀ ਸਰਕਾਰ ਨੇ ਜਿਹੜਾ ਉਹਨੂੰ ਬਿਠਾ ਰੱਖਿਆ। ਕ੍ਰਿਮੀਨਲ ਬੰਦਿਆਂ ਨੂੰ, ਇਹੋ ਜਿਹੇ ਜਿਹੜੇ ਹੈਗੇ ਆ ਬਲਾਤਕਾਰੀ ਬੰਦਿਆਂ ਨੂੰ, ਇਹੋ ਜਿਹੇ ਗੁੰਡਾ ਅਨਸਰਾਂ ਨੂੰ ਉਹ ਬੀਜੇਪੀ ਦੇ ਅੰਦਰ ਉਹਨੇ ਭਰਤੀ ਕੀਤਾ ਹੋਇਆ। ਤੇ ਇੱਕ ਦਾਰੂ ਦੀ ਬੋਤਲ ਦੇ ਕੇ, ਭੁੱਕੀ ਦਾ ਕਾਰਡ ਲਵਾ ਕੇ, ਮਤਲਬ ਥੋੜੇ ਮੋਟੇ ਉਹ ਕਰਕੇ ਜਿਹੜੀ ਡੰਮੀ ਬੋਲੀ ਦਵਾਈ ਜਾਂਦੀ ਆ। ਪਰ ਉੱਥੋਂ ਦੀ ਪੰਚਾਇਤ ਦੇ ਨਾਲ, ਉੱਥੋਂ ਦੇ ਜਿਹੜੇ ਸਾਡੇ ਐਸਸੀ ਸਮਾਜ ਦੇ ਲੋਕਾਂ ਨੇ ਮਤਲਬ ਕਿ ਪੂਰੀ ਉਹ ਸੂਝ-ਬੂਝ ਦੇ ਨਾਲ ਜਿਹੜੀ ਡੰਮੀ ਬੋਲੀ ਵਾਲੇ ਦੇਣ ਵਾਲੇ ਬੰਦੇ ਨੂੰ ਪਿੱਛੇ ਧੱਕੇ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆਂ। ਤੁਸੀਂ ਜੁੜੇ ਹੋਏ ਹੋ ਸਰਲੇਖ ਦੇ ਨਾਲ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ ਅਕਸਰ ਹੀ ਸਰਲੇਖ ਜ਼ਰੀਏ ਮਜ਼ਦੂਰਾਂ ਅਤੇ ਲੋਕ ਹਿੱਤਾਂ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ। ਕੁਝ ਸਵਾਲਾਂ ਦੇ ਰੂਬਰੂ ਕਰ ਰਹੇ ਹਾਂ ਲਖਵੀਰ ਲੌਂਗੋਵਾਲ ਨੂੰ। ਲਖਵੀਰ ਬਾਈ, ਦਿੱਲੀ ਦੇ ਜੰਤਰ ਮੰਤਰ ਦੇ ਪਹਿਲਵਾਨ ਧਰਨਾ ਦੀ ਬੈਠੇ ਨੇ। ਕੀ ਸੋਚਦੇ ਹੋ ਅੱਜ ਸਪੋਰਟਸਮੈਨ ਜਿਨ੍ਹਾਂ ਨੇ ਦੇਸ਼ ਨੂੰ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ, ਪਹਿਲਵਾਨੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ, ਉਸ ਵਰਤਾਰੇ ਬਾਰੇ, ਉਸ ਧਰਨੇ ਤੇ ਬੈਠੇ ਲੋਕਾਂ ਬਾਰੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕੀ ਸੋਚਦੀ ਹੈ? ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਸਾਡੇ ਦੇਸ਼ ਦੀਆਂ, ਸਾਡੇ ਦੇਸ਼ ਦਾ ਮਾਣ, ਸਾਡੇ ਦੇਸ਼ ਦਾ ਸਨਮਾਨ, ਸਾਡੇ ਦੇਸ਼ ਲਈ ਮਤਲਬ ਇੱਕ ਗੌਰਵਮਈ ਇੱਕ ਤਗਮੇ ਜਿੱਤਣ ਵਾਲੀਆਂ ਸਾਡੀਆਂ ਉਹ ਨੌਜਵਾਨ ਭੈਣਾਂ ਨੇ ਜਿਹੜੀਆਂ ਉਹ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਧਰਨੇ ਤੇ ਇਸ ਕਰਕੇ ਬੈਠੀਆਂ ਨੇ ਕਿ ਇੱਥੋਂ ਦਾ ਜਿਹੜਾ ਬ੍ਰਿਜਭੂਸ਼ਣ ਆ, ਜਿਹੜਾ ਮਤਲਬ ਜਿਹੜਾ ਪਹਿਲਵਾਨਾਂ ਦਾ ਜਿਹੜਾ ਉਹਦਾ ਚੀਫ ਹੈਗਾ, ਉਹਨੇ ਮਤਲਬ ਪਿਛਲੇ ਦਿਨਾਂ ਸਮੇਂ ਦੇ ਅੰਦਰ ਹੀ ਮਤਲਬ ਉਹ ਪਹਿਲਵਾਨਾਂ ਦੇ ਨਾਲ, ਸਾਡੀਆਂ ਉਹ ਨੌਜਵਾਨ ਭੈਣਾਂ ਦੇ ਨਾਲ, ਕੁੜੀਆਂ ਦੇ ਨਾਲ ਮਤਲਬ ਜਿਨਸੀ ਜਿਹੜੀਆਂ ਛੇੜਛਾੜ ਦੀਆਂ ਘਟਨਾਵਾਂ ਸੀ ਜਿਹੜੀਆਂ ਉਹਨੇ ਕੀਤੀਆਂ ਨੇ। ਉਹ ਲੰਮੇ ਸਮੇਂ ਤੋਂ ਜਿਹੜੀਆਂ ਉਹ ਕੁੜੀਆਂ ਸੀਗੀਆਂ ਉਹਨੂੰ ਸਹਿੰਦੀਆਂ ਆਈਆਂ ਤੇ ਉਹਨੂੰ ਵਾਰ-ਵਾਰ ਜਿਹੜੀ ਉਹ ਵਰਜਦੀਆਂ ਰਹੀਆਂ। ਪਰ ਉਹ ਉਹਦੇ ਤੋਂ ਵਰਜਣ ਤੋਂ ਬਾਅਦ ਵੀ ਜਦੋਂ ਉਹਦਾ ਉਹ ਵਰਤਾਰਾ ਜਿਹੜਾ ਬੰਦ ਨਹੀਂ ਹੋਇਆ ਤਾਂ ਉਹਨਾਂ ਨੂੰ ਅੱਕ ਕੇ ਇਹ ਲੋਕਾਂ ਦੀ ਕਚਹਿਰੀ ਦੇ ਅੰਦਰ, ਲੋਕਾਂ ਦੇ ਵਿੱਚ ਇਹ ਗੱਲ ਆ ਜਿਹੜੀ ਰੱਖਣ ਲਈ ਮਜਬੂਰ ਹੋਣਾ ਪਿਆ। ਤਾਂ ਕਰੀਬ ਪਿਛਲੇ 7-8 ਮਹੀਨੇ ਪਹਿਲਾਂ ਵੀ ਉਹਨਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਇੱਕ ਪ੍ਰੋਟੈਸਟ ਕੀਤਾ ਸੀ, ਜਿਹਦੇ ਵਿੱਚ ਇੱਕ ਭਾਜਪਾ ਦੇ ਆਗੂ ਨੇ ਆ ਕੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਸੀ ਕਿ ਤੁਹਾਡੀ ਜਿਹੜੀ ਗੱਲ ਆ ਅਸੀਂ ਇੱਕ ਕਮੇਟੀ ਬਣਾਵਾਂਗੇ, ਉੱਥੇ ਉਹ ਕਮੇਟੀ ਬਣਾਉਣ ਤੋਂ ਬਾਅਦ ਤੁਹਾਡਾ ਜਿਹੜਾ ਮਸਲਾ ਉਹ ਪ੍ਰੋਪਰਲੀ ਢੰਗ ਦੇ ਨਾਲ ਸੁਣਿਆ ਜਾਊਗਾ ਤੇ ਹੱਲ ਕੀਤਾ ਜਾਊਗਾ। ਜਦੋਂ ਇੰਨਾ ਸਮਾਂ ਲੰਘਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਸੁਣੀ ਨਹੀਂ ਗਈ, ਉਹਨਾਂ ਦੀ ਮਤਲਬ ਕਿਸੇ ਤੇ ਸੁਣਵਾਈ ਨਹੀਂ ਹੋਈ, ਤਾਂ ਉਹ ਦੁਬਾਰਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਆ ਕੇ ਜਿਹੜਾ ਇੱਕ ਪ੍ਰੋਟੈਸਟ ਕਰਦੀਆਂ ਨੇ, ਧਰਨਾ ਕਰਦੀਆਂ ਨੇ ਤੇ ਦੇਸ਼ ਦੇ ਤਮਾਮ ਉਹਨਾਂ ਲੋਕਾਂ ਨੂੰ ਉਹ ਅਪੀਲ ਕਰਦੀਆਂ ਨੇ ਕਿ ਜੇ ਲੱਗਦਾਗਾ ਤੁਹਾਨੂੰ ਕਿ ਸਾਡੇ ਨਾਲ ਕੋਈ ਜਾਤੀ ਹੋਈ ਜਾਂ ਕੋਈ ਧੱਕਾ ਹੋਇਆ ਤਾਂ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਸ ਸੰਘਰਸ਼ ਦੀ ਸਪੋਰਟ ਕਰੋ। ਤੇ ਦੂਜੇ ਪਾਸੇ ਜੇ ਅਸੀਂ ਵੇਖਣਾ ਹੋਵੇ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਉਹਦੇ ਚੋਂ ਨਿਕਲ ਕੇ ਆਉਂਦੀ ਆ ਕਿ ਇੱਕ ਸਾਡੀ ਧੀ ਦੇ ਉੱਤੇ, ਇੱਕ ਸਾਡੀ ਭੈਣ ਦੇ ਉੱਤੇ ਮਤਲਬ ਦੇ ਜਿਹੜੇ ਹੈਗੇ ਨੇ ਉਹ ਉਹਦੇ ਉੱਤੇ ਜਿਨਸੀ ਸ਼ੋਸ਼ਣ ਦੇ ਮਤਲਬ ਉਹਦੇ ਤੇ ਬ੍ਰਿਜਭੂਸ਼ਣ ਤੇ ਜਿਹੜੀ ਹੈਗੀ ਆ ਉਹ ਦੋਸ਼ ਲਾਉਂਦੀ ਆ ਤੇ ਉਹ ਇੱਕ ਥਾਣੇ ਦੇ ਅੰਦਰ FIR ਦਰਜ ਕਰਾਉਣ ਦੇ ਲਈ ਵੀ ਇੱਥੋਂ ਦੇ ਜਿਹੜੇ ਹੈਗੇ ਇਹ ਕਾਨੂੰਨ ਨੂੰ ਅਸੀਂ ਦੇਖ ਸਕਦੇ ਕਾਨੂੰਨ ਹੁਣ ਕਿੰਨਾ ਆਮ ਲੋਕਾਂ ਦੇ ਲਈ ਜਿਹੜਾ ਪਾਬੰਦ ਆ ਕਿ ਉਹਨੂੰ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਕਿਤੇ ਜਾ ਕੇ ਬ੍ਰਿਜਭੂਸ਼ਣ ਦੇ ਉੱਤੇ ਜਿਹੜੀ FIR ਆ ਉਹ ਦਰਜ ਹੁੰਦੀ ਆ। ਤੇ ਇਹ ਤੋਂ ਹੈਰਾਨੀ ਦੀ ਗੱਲ ਇਹ ਉਹ ਤੋਂ ਗਾਂਹ ਟੱਪ ਜਾਂਦੀ ਆ ਕਿ ਉਹਦੇ ਤੇ 38-40 ਕਰੀਬ ਦੇ ਜਿਹੜੇ ਬ੍ਰਿਜਭੂਸ਼ਣ ਦੇ ਉੱਤੇ ਪਰਚੇ ਦਰਜ ਹੋਣ ਤੋਂ ਬਾਅਦ ਵੀ ਅੱਜ ਉਹ ਸ਼ਰੇਆਮ ਜਿਹੜਾ ਹੈਗਾ ਦੰਡ ਲਾਉਂਦਾ ਤੁਰਿਆ ਫਿਰਦਾ ਤੇ ਇੱਕ ਉਹੋ ਜਿਹੇ ਅਹੁਦੇ ਦੇ ਉੱਤੇ ਇੱਥੋਂ ਦੀ ਬੀਜੇਪੀ ਸਰਕਾਰ ਨੇ ਜਿਹੜਾ ਉਹਨੂੰ ਬਿਠਾ ਰੱਖਿਆ, ਜਿਹੜੇ ਅਹੁਦੇ ਤੇ ਉਹ ਬੈਠਣਾ ਤਾਂ ਦੂਰ ਦੀ ਗੱਲ, ਉਹਦੇ ਨੇੜੇ ਤੇੜੇ ਵੀ ਉਹਨੂੰ ਇਹੋ ਜਿਹੇ ਬੰਦੇ ਨੂੰ ਜਿਹੜਾ ਫਰਕਣ ਨਹੀਂ ਦੇਣਾ ਚਾਹੀਦਾ। ਇੱਥੋਂ ਇਹ ਸਾਫ਼ ਤੇ ਸਪਸ਼ਟ ਆ ਕਿ ਇੱਥੋਂ ਦੀ ਜਿਹੜੀ ਭਾਜਪਾ ਜਿਹੜੀ ਹਕੂਮਤ ਆ ਉਹ ਇਹੋ ਜਿਹੇ ਮਤਲਬ ਜਿਹੜੇ ਹੈਗੇ ਕ੍ਰਿਮੀਨਲ ਬੰਦਿਆਂ ਨੂੰ, ਇਹੋ ਜਿਹੇ ਜਿਹੜੇ ਹੈਗੇ ਆ ਬਲਾਤਕਾਰੀ ਬੰਦਿਆਂ ਨੂੰ, ਇਹੋ ਜਿਹੇ ਗੁੰਡਾ ਅਨਸਰਾਂ ਨੂੰ ਉਹ ਬੀਜੇਪੀ ਦੇ ਅੰਦਰ ਉਹਨੇ ਭਰਤੀ ਕੀਤਾ ਹੋਇਆ। ਤੇ ਇਹਨਾਂ ਦੇ ਸਿਰ ਤੇ ਉੱਤੇ ਜੇ ਅਸੀਂ ਇੱਕ ਨਹੀਂ ਦੋ ਨਹੀਂ, ਜੇ ਉਹਨਾਂ ਦੀ ਗਿਣਤੀ ਕਰਨੀ ਹੋਵੇ ਤਾਂ ਬੀਜੇਪੀ ਦੇ MPਆਂ ਦੀ, ਬੀਜੇਪੀ ਦੇ MLAਆਂ ਦੀ, ਇੱਥੋਂ ਤੱਕ ਕਿ ਬੀਜੇਪੀ ਦੇ ਮੁੱਖ ਮੰਤਰੀਆਂ ਦੀ ਜੇ ਗਿਣਤੀ ਕਰਨੀ ਹੋਵੇ ਤਾਂ ਉਹਦੀ ਗਿਣਤੀ ਹੈ ਜਿਹੜੀ ਬਹੁਤ ਵੱਡੀ ਜਿਹੜੀ ਹੈਗੀ ਆ, ਉਹਦੀ ਲਿਸਟ ਬਣਦੀ ਆ। ਇਸ ਕਰਕੇ ਉਹ ਕੱਲਾ ਬ੍ਰਿਜਭੂਸ਼ਣ ਦਾ ਮਾਮਲਾ ਨਹੀਂ ਹੈ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਇਕੱਲੇ ਬ੍ਰਿਜਭੂਸ਼ਣ ਨੂੰ ਜੇ ਅਸੀਂ ਉਹਦੇ ਤੇ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਅੱਗੇ ਭੇਜਦੇ ਹਾਂ ਤਾਂ ਸਾਡੇ ਹੋਰ ਬਹੁਤ ਸਾਰੇ ਤਮਾਮ ਜਿਹੜੇ ਲੋਕ ਨੇ ਉਹਨਾਂ ਤੇ ਦੋਸ਼ ਲਾਉਣਗੇ ਤੇ ਉਹਨਾਂ ਲਈ ਰਾਹ ਖੁੱਲੂਗਾ। ਇਸ ਕਰਕੇ ਜਿਹੜੀ ਬੀਜੇਪੀ ਦੇ ਅੰਦਰ ਵੱਡੀ ਗਿਣਤੀ ਦੇ ਅੰਦਰ ਜਿਹੜੇ ਕ੍ਰਿਮੀਨਲ ਲੋਕ ਬੈਠੇ ਨੇ ਉਸ ਗੱਲ ਦਾ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਚਿੰਤਾ ਜਿਹੜੀ ਉਹ ਸਤਾ ਰਹੀ ਹੈ ਉਹਦੇ ਤੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ
ਜ਼ਮੀਨਾਂ ਦੀ ਲੜਾਈ ਲੜ ਰਹੀ ਹੈ, ਬੋਲੀਆਂ ਦਾ ਦੌਰ ਚੱਲ ਰਿਹਾ। ਬੋਲੀਆਂ ਦੇ ਇਸ ਦੌਰ ਦੇ ਵਿੱਚ ਉਹੀ ਵਰਤਾਰਾ ਡੰਮੀ ਬੋਲੀ ਦੇਣ ਵਾਲੇ ਤੇ ਡੰਮੀ ਬੋਲੀ ਦਬਾਉਣ ਵਾਲੇ ਲੋਕ ਤਤਪਰ ਹੋਏ ਪਏ ਨੇ, ਭੱਜ ਨੱਠ ਕਰ ਰਹੇ ਨੇਗੇ। ਇਸ ਵਰਤਾਰੇ ਬਾਰੇ ਕੀ ਚੱਲ ਰਿਹਾ ਹੁਣ? ਇਹ ਜਿਵੇਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰਾਂ ਦਾ ਕੋਈ ਫਰਕ ਨਹੀਂ ਹੈ, ਸਿਰਫ ਇਹੋ ਹੀ ਫਰਕ ਪਿਆ ਗਾ ਕਿ ਜਿਹੜੀਆਂ ਡੰਮੀ ਬੋਲੀਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਹੁੰਦੀਆਂ ਸੀਗੀਆਂ, ਉਹ ਡੰਮੀ ਬੋਲੀਆਂ ਸੀ ਜਿਹੜੀਆਂ ਉਹ ਅਫਸਰਾਂ ਦੇ ਨਾਲ ਤੇ ਇੱਥੋਂ ਦੇ ਮਤਲਬ ਸਾਰੇ ਜਿਹੜੀ ਮਿਲੀ ਭੁਗਤ ਹੋ ਕੇ ਜਦੋਂ ਚੱਲਿਆ ਕਰਦੀਆਂ ਸੀ। ਪਰ ਉਹਦੇ ਨਾਲ ਹੀ ਹੁਣ ਜਿਹੜੀ ਇਹ ਫਰਕ ਇਹਦੇ ਤੇ ਦੇਖਣ ਨੂੰ ਸਾਹਮਣੇ ਆਇਆ ਕਿ ਉਹ ਅਫਸਰਾਂ ਦੀ ਮਤਲਬ ਕਹਿਣ ਦੇ ਬਾਵਜੂਦ ਵੀ ਇੱਥੋਂ ਦੇ ਪਿੰਡ, ਹੁਣ ਮੈਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਆ ਵੀਰ ਕਲਾਂ, ਸੁਨਾਮ ਬਲਾਕ ਦੇ ਵਿੱਚ ਪੈਂਦਾ, ਤੇ ਵੀਰ ਕਲਾਂ ਦੇ ਵਿੱਚ ਪਿਛਲੇ ਸਾਲ ਅਸੀਂ 3 ਸਾਲਾ ਪੱਟੇ ਤੇ ਜਿਹੜੀ ਜ਼ਮੀਨ ਆ ਉਹ ਪ੍ਰਾਪਤ ਕੀਤੀ ਸੀ। ਉਹਨੂੰ ਪ੍ਰਾਪਤ ਕਰਨ ਤੋਂ ਬਾਅਦ 3 ਸਾਲਾ ਉਹਦੇ ਲੀਜ਼ ਰਜਿਸਟਰ ਦੇ ਉੱਤੇ ਕਾਰਵਾਈ, ਰਜਿਸਟਰ ਦੇ ਉੱਤੇ ਪਈ ਹੋਈ ਕਾਰਵਾਈ ਆ, ਉਹਦੀ ਸਾਡੇ ਕੋਲ ਉਹਦੀ ਫੋਟੋ ਸਟੇਟ ਕਾਪੀ ਹੈ ਕਿ ਇਹ ਕਾਰਵਾਈ ਪਈ ਹੋਈ ਹੈ ਕਿ 3 ਸਾਲਾ ਸਾਨੂੰ ਲੀਜ਼ ਤੇ ਦਿੱਤੀ ਗਈ ਆ। ਇਸ ਕਰਕੇ ਸਾਡੇ ਜਿਹੜੇ ਪੈਸੇ ਨੇ ਉਹ ਭਰਾਏ ਜਾਣ, ਇਹਦੀ ਬੋਲੀ ਨਾ ਕਰਵਾਈ ਜਾਵੇ। ਪਰ ਪਿੰਡ ਦਾ ਜਿਹੜਾ ਸਰਪੰਚ ਆ, ਉਹ ਪਿੰਡ ਦਾ ਸਰਪੰਚ ਆ ਜਿਹੜਾ ਉਹ ਬੀਜੇਪੀ ਦਾ ਸਰਪੰਚ ਆ। ਜਿਹੜੀ ਬੀਜੇਪੀ ਮਤਲਬ ਇੱਥੋਂ ਦੇ ਦਲਿਤਾਂ ਨੂੰ, ਇੱਥੋਂ ਦੇ ਆਦੀਵਾਸੀਆਂ ਨੂੰ, ਇੱਥੋਂ ਦੇ ਸਿੱਖਾਂ ਨੂੰ, ਇੱਥੋਂ ਦੇ ਕਮਿਊਨਿਸਟਾਂ ਨੂੰ, ਇੱਥੋਂ ਦੀਆਂ ਘੱਟ ਗਿਣਤੀਆਂ ਨੂੰ, ਹਰੇਕ ਤਮਾਮ ਘੱਟ ਗਿਣਤੀਆਂ ਨੂੰ ਉਹ ਦਬਾ ਕੇ ਰੱਖਣਾ ਚਾਹੁੰਦੇ। ਉਹਦੇ ਏਜੰਡੇ ਦੇ ਤਹਿਤ ਉਹਨਾਂ ਨੇ ਇਹ ਤੈਅ ਕੀਤਾ ਕਿ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਲੋਕ ਮਾਨ ਸਨਮਾਨ ਦੀ ਜਿਹੜੀ ਪ੍ਰਤੀਕ ਆ ਪੰਚਾਇਤੀ ਜ਼ਮੀਨਾਂ ਜਿਹੜੀ ਲੈ ਰਹੇ ਨੇ ਤੇ ਉਹਨੂੰ ਅਸੀਂ ਨਹੀਂ ਦੇਣ ਦੇਣਾ। ਤੇ ਡੀਡੀਪੀਓ, ਬੀਡੀਪੀਓ, ਏਡੀਸੀ ਦੇ ਬਾਰ-ਬਾਰ ਸਰਪੰਚ ਨੂੰ ਕਹਿਣ ਦੇ ਬਾਵਜੂਦ ਵੀ ਮਤਲਬ ਸਰਪੰਚ ਦੇ ਕੰਨ ਤੇ ਜੂੰ ਨਹੀਂ ਸਰਕੀ। ਜਦੋਂ ਉੱਥੋਂ ਦੇ ਲੋਕਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਦੇ ਹੇਠ ਜ਼ਮੀਨ ਦੇ ਵਿੱਚ ਪੱਕੇ ਮੋਰਚੇ ਦਾ ਐਲਾਨ ਕੀਤਾ ਤੇ ਫਿਰ ਕਿਹਾ ਕਿ ਆਓ ਫਿਰ ਤੁਸੀਂ ਡੰਮੀ ਬੋਲੀ ਕਰਾ ਕੇ ਫਿਰ ਆਓਗੇ ਤਾਂ ਜ਼ਮੀਨ ਦੇ ਵਿੱਚ ਹੀ ਨਾ, ਜ਼ਮੀਨ ਤਾਂ ਤੁਸੀਂ ਵਾਹੋਗੇ ਨਾ ਕੇ, ਤੇ ਆਓ ਫਿਰ ਤੁਸੀਂ ਪੈਸੇ ਭਰ ਕੇ ਤੇ ਵੜੋ ਫਿਰ ਜ਼ਮੀਨ ਦੇ ਵਿੱਚ। ਤਾਂ ਫਿਰ ਜਦੋਂ ਲੋਕਾਂ ਨੇ ਐਲਾਨ ਕੀਤਾ ਤੇ ਲੋਕਾਂ ਨੇ ਜ਼ਮੀਨ ਦੇ ਵਿੱਚ ਝੰਡੇ ਤੇ ਡੰਡਾ ਪਾ ਕੇ ਬੈਠੇ ਨੇ ਤਾਂ ਫਿਰ ਉਹਨੇ ਨਾਸੀ ਤੂੰ ਆਇਆ ਤੇ ਫਿਰ ਉਹ ਮਜਬੂਰ ਹੋ ਕੇ ਜ਼ਮੀਨ ਆ ਜਿਹੜੀ ਉਹਨੂੰ ਦੇਣੀ ਪਈ। ਤੇ ਹੈਰਾਨੀ ਦੀ ਗੱਲ ਇਹ ਆ ਕਿ ਪਿਛਲੇ ਦਿਨ ਹੀ ਅਸੀਂ ਸੁਨਾਮ ਦੇ ਇੱਕ ਬੀਡੀਪੀਓ ਨੂੰ, ਸੰਜੀਵ ਮਿੱਤਲ ਆ ਜਿਹੜਾ ਸੀ, ਉਹਨੂੰ ਮਿਲਣ ਗਿਆ ਤਾਂ ਜਦੋਂ ਉਹਨੇ ਮਤਲਬ ਇੱਕ ਸੈਕਟਰੀ ਦੇ ਨਾਲ ਮੇਰੇ ਸਾਹਮਣੇ ਬੈਠੀ ਗੱਲ ਕਰ ਰਿਹਾ ਉਹ, ਤੇ ਕਹਿੰਦਾ ਵੀ ਇਸ ਕਰਕੇ ਕਹਿੰਦਾ ਵੀ ਅਸੀਂ ਬੋਲੀਆਂ ਨੇ ਜਿਹੜੀ ਅਸੀਂ ਸੀਜ਼ਨ 'ਚ ਕਰਵਾ ਦਿੰਦੇ ਹੁੰਦੇ ਆ, ਵੀ ਜਦੋਂ ਹਾੜੀ ਦਾ ਸੀਜ਼ਨ ਹੁੰਦਾ ਸੀਜ਼ਨ 'ਚ ਕਰਾ ਦਿਓ, ਵੀ ਮਜ਼ਦੂਰ ਨੇ ਜਿਹੜੇ ਸਾਰੇ ਸੀਜ਼ਨ 'ਚ ਗਏ ਹੁੰਦੇ ਨੇ ਵੀ ਕੋਈ ਰੌਲਾ ਪਾਉਣ ਵਾਲਾ ਨਹੀਂ ਹੁੰਦਾ। ਹੁਣ ਕਹਿੰਦਾ ਵੀ ਸੀਜ਼ਨ ਲੰਘ ਗਿਆ, ਮਜ਼ਦੂਰ ਕਹਿੰਦਾ ਵਿਹਲੇ ਹੋ ਗਏ, ਮਜ਼ਦੂਰਾਂ ਕੋਲ 4 ਰੁਪਈਏ ਵੀ ਆ ਗਏ, ਉਹ ਕਣਕਾਂ ਵੱਢ ਕੇ ਆ ਗਏ, ਤੂੜੀਆਂ ਢੋ ਕੇ ਆ ਗਏ, ਉਹਦੇ 4 ਰੁਪਈਏ ਆ ਗਏ। ਹੁਣ ਜਦੋਂ ਕੋਈ ਗਲਤ ਕੰਮ ਕਹਿੰਦਾ ਵੀ ਅਸੀਂ ਕਰਦੇ ਹਾਂ, ਉਹ ਨਾਲ ਦੀ ਨਾਲ ਇਕੱਠੇ ਹੋ ਕੇ ਜਿਹੜਾ ਸਾਡਾ ਦਫ਼ਤਰ ਘੇਰ ਲੈਂਦੇ ਆ। ਇਸ ਕਰਕੇ ਕਹਿੰਦਾ ਵੀ ਸਾਰੇ ਅਫਸਰਾਂ ਨੂੰ ਪਿੱਟਦਾ ਸੀ ਵੀ ਛੇਤੀ ਤੋਂ ਛੇਤੀ ਬੋਲੀਆਂ ਦਾ ਕੰਮ ਨਿਬੇੜੋ ਤੇ ਮਤਲਬ ਜਿਹੜੇ ਜਿਵੇਂ ਤੱਤ-ਪੱਤ ਕਰਕੇ ਉਹਨੂੰ ਸਾਈਡ ਤੇ ਕਰੋ। ਮਤਲਬ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇੱਥੋਂ ਦੇ ਅਫਸਰ ਨੇ ਜਿਹੜੇ ਉਹ ਵੀ ਮਤਲਬ ਡੰਮੀ ਬੋਲੀਆਂ ਕਰਾਉਣ ਦੇ ਉੱਧਰ ਪੂਰੇ ਜਿਹੜੇ ਤੱਤ-ਪੱਤ ਨੇ। ਇਸ ਕਰਕੇ ਲੋਕਾਂ ਦੀ ਇਹ ਤਾਂ ਸੂਝ-ਬੂਝ ਹੈ ਤੇ ਜਥੇਬੰਦੀ ਜਿਹੜੀ ਹੈਗੀ ਆ ਉਹ ਗਿਆਨ ਵੰਡ ਰਹੀ ਹੈ ਤੇ ਉਹ ਗਿਆਨ ਵੰਡਣ ਤੋਂ ਬਾਅਦ ਹੀ ਲੋਕ ਨੇ ਜਿਹੜੇ ਅਵੇਅਰ ਹੋ ਰਹੇ ਨੇ, ਸੁਚੇਤ ਹੋ ਰਹੇ ਨੇ ਤੇ ਆਪਦੇ ਹੱਕ ਨੂੰ ਜਿਹੜਾ ਉਹ ਪ੍ਰਾਪਤ ਕਰ ਰਹੇ ਨੇ। ਪਰ ਸਰਕਾਰ ਦਾ, ਇੱਥੋਂ ਦੀ ਅਫਸਰਸ਼ਾਹੀ ਦਾ, ਇੱਥੋਂ ਦੇ ਜਿਹੜੇ ਹੋਰ ਦਾ, ਉਹ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਕਿ ਮਜ਼ਦੂਰਾਂ ਨੂੰ ਦੇਣੀ ਨਹੀਂ। ਜਿਹਦੀ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰਨੀ ਹੋਵੇ ਤਾਂ ਪਿਛਲੇ ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਕਾਂਗਰਸ ਸਰਕਾਰ ਤੋਂ ਵੀ ਦੋ ਚੜ੍ਹਦੇ ਚੰਦੇ ਆ ਜਿਹੜੀ ਉੱਪਰ ਗਾਂਹ ਗਈ ਆ, ਜਿਹਨੇ ਪਿਛਲੇ ਦਿਨ ਇੱਕ ਨੋਟੀਫਿਕੇਸ਼ਨ ਆ ਜਿਹੜੇ ਜਾਰੀ ਕੀਤਾ। ਉਹ ਨੋਟੀਫਿਕੇਸ਼ਨ ਦੇ ਵਿੱਚ ਉਹਨੇ ਬੋਲਿਆ ਕਿ ਜਿਹੜੀ 20,000 ਦੇ ਉੱਤੇ ਜ਼ਮੀਨ ਆ ਜਿਹੜੀ ਗਈ ਆ ਉਹਦੇ ਉੱਤੇ ਘੱਟੋ ਘੱਟ ਜਿਹੜਾ ਹੈਗਾ ਅਸੀਂ 20% ਆ ਜਿਹੜਾ ਉੱਤੇ ਵਾਧਾ ਲਵਾਂਗੇ। ਤੇ ਸਿੱਧੇ ਤੋਂ ਸਿੱਧਾ ਇਹ ਆ ਕਿ ਅਸੀਂ ਮਜ਼ਦੂਰਾਂ ਤੋਂ ਜ਼ਮੀਨ ਆ ਜਿਹੜੀ ਉਹ ਖੋਣੀ ਆ ਤੇ ਪਿੰਡਾਂ ਦੇ ਅੰਦਰ ਲੋਕ ਆਪਦੀ ਤਾਕਤ ਦੇ ਨਾਲ, ਆਪਦੀ ਜਥੇਬੰਦਕ ਉਹਦੇ ਨਾਲ ਉਹਦੇ ਸਾਰੇ ਕਾਸੇ ਨੂੰ ਜਿਹੜਾ ਹੈਗਾ ਵਗਾ ਕੇ ਪਰਾਂ ਮਾਰ ਰਹੇ ਨੇ ਤੇ ਆਪਦੀ ਏਕੇ ਦੇ ਨਾਲ ਜ਼ਮੀਨਾਂ ਨੇ ਜਿਹੜੀਆਂ ਉਹ ਪ੍ਰਾਪਤ ਕਰ ਰਹੇ ਨੇ। ਸੰਗਰੂਰ ਤੇ ਪੰਜਾਬ ਦੇ ਹੋਰ ਕਿਹੜਿਆਂ ਜ਼ਿਲ੍ਹਿਆਂ ਦੇ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਯੂਨੀਅਨ ਦੀਆਂ ਹੋਰ ਸਮੱਸਿਆਵਾਂ ਦੇਖਣ ਨੂੰ ਸਾਹਮਣੇ ਆਈਆਂ ਨੇ ਜ਼ਮੀਨ ਦੇ ਐਂਗਲ ਤੋਂ? ਜ਼ਮੀਨ ਦੇ ਐਂਗਲ ਤੋਂ ਜੇ ਵੇਖਣਾ ਹੋਵੇ ਮਾਨਸਾ ਜ਼ਿਲ੍ਹੇ ਦੇ ਅੰਦਰ, ਪਟਿਆਲਾ ਜ਼ਿਲ੍ਹੇ ਦੇ ਅੰਦਰ, ਫਿਰੋਜ਼ਪੁਰ ਦੇ ਅੰਦਰ, ਮੋਗਾ ਦੇ ਅੰਦਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਜਿਹੜੀ ਕੰਮ ਕਰ ਰਹੀ ਆ। ਹੁਣ ਕੱਲ੍ਹ ਦੀ ਗੱਲ ਜੇ ਅਸੀਂ ਵੇਖਣੀ ਹੋਵੇ, ਮਾਨਸਾ ਜ਼ਿਲ੍ਹੇ ਦਾ ਪਿੰਡ ਆ ਮੰਘਾਣੀਆਂ। ਮੰਘਾਣੀਆਂ ਦੇ ਵਿੱਚ ਵੀ ਉੱਥੋਂ ਦੇ ਜਿਹੜੇ ਕੜਮ ਚੌਧਰੀਆਂ ਦੇ ਵੱਲੋਂ ਜਿਹੜਾ ਹੈਗਾ ਇੱਕ ਆਮ ਜਿਵੇਂ ਹੁੰਦਾ ਕਿ ਇੱਕ ਦਾਰੂ ਦੀ ਬੋਤਲ ਦੇ ਕੇ, ਭੁੱਕੀ ਦਾ ਕਾਰਡ ਲਵਾ ਕੇ, ਮਤਲਬ ਥੋੜ੍ਹੇ ਮੋਟੇ ਉਹ ਕਰਕੇ ਜਿਹੜੀ ਡੰਮੀ ਬੋਲੀ ਦਵਾਈ ਜਾਂਦੀ ਆ। ਪਰ ਉੱਥੋਂ ਦੀ ਪੰਚਾਇਤ ਦੇ ਨਾਲ ਉੱਥੋਂ ਦੇ ਜਿਹੜੇ ਸਾਡੇ ਐਸਸੀ ਸਮਾਜ ਦੇ ਲੋਕਾਂ ਨੇ ਮਤਲਬ ਕਿ ਪੂਰੀ ਉਹ ਸੂਝ-ਬੂਝ ਦੇ ਨਾਲ ਜਿਹੜੀ ਡੰਮੀ ਬੋਲੀ ਵਾਲੇ ਦੇਣ ਵਾਲੇ ਬੰਦੇ ਨੂੰ ਪਿੱਛੇ ਧੱਕੇ ਕੀਤਾ ਤੇ ਕਿਹਾਗਾ ਕਿ ਇਹ ਜ਼ਮੀਨ ਆ ਜਿਹੜੀ ਇਹ ਐਸਸੀ ਸਮਾਜ ਦੇ ਲੋਕਾਂ ਦੀ, ਅਸੀਂ ਉਹਨੂੰ ਦੇਵਾਂਗੇ। ਤੇ ਉਹਨੂੰ ਕਿਹਾ ਜੇ ਕੋਈ ਡੰਮੀ ਬੋਲੀ ਦਵਾ ਕੇ ਫਿਰ ਵੀ ਜ਼ਮੀਨ ਦੇ ਵਿੱਚ ਵੜਨ ਦੀ ਕੋਈ ਕੋਸ਼ਿਸ਼ ਕਰੂਗਾ ਤਾਂ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਉਹਦੀ ਜਿਹੜੀ ਜ਼ਮੀਨ ਦੇ ਜਿਹੜੇ ਪੈਸੇ ਭਰੇ ਹੋਏ ਅਮਾਊਂਟ ਆ ਜਿਹੜੀ ਉਹਦੀ ਉਹ ਆ ਉਹਨੂੰ ਅਸੀਂ ਜ਼ਬਤ ਕਰਾਂਗੇ ਤੇ ਜ਼ਮੀਨ ਆ ਜਿਹੜੀ ਕਿਸੇ ਵੀ ਹਾਲ ਦੇ ਅੰਦਰ ਅਸੀਂ ਕਿਸੇ ਹੋਰ ਜਿਹੜੇ ਦੂਜੇ ਫਿਰਕੇ ਦੇ ਲੋਕਾਂ ਨੂੰ ਅਸੀਂ ਵਾਹੁਣਾ ਜਿਹੜੇ ਨਹੀਂ ਦੇਵਾਂਗੇ। ਇਸ ਕਰਕੇ ਇੱਕ ਬੋਲੀ ਉੱਥੇ ਕੈਂਸਲ ਕਰਾਈ ਆ ਆਉਣ ਵਾਲੇ ਦਿਨਾਂ ਦੇ ਅੰਦਰ ਤੇ ਜਿਹੜੀ 19 ਤਰੀਕ ਦੀ ਦੁਆਰੇ ਉੱਥੇ ਬੋਲੀ ਹੈ ਜਿਹੜੀ ਰੱਖੀ ਗਈ ਆ। ਤੇ ਅਸੀਂ ਫਿਰ ਵੀ ਉੱਥੋਂ ਦੇ ਜਿਹੜੇ ਹੋਰ ਜਿਹੜੇ ਲੋਕ ਨੇ ਜਿਹੜੇ ਇਹ ਗੋਂਦਾਂ ਗੁੰਦ ਰਹੇ ਨੇ, ਜਿਹੜੇ ਸੋਚ ਰਹੇ ਨੇ ਕਿ ਅਸੀਂ ਡੰਮੀ ਬੋਲੀ ਕਰਾ ਕੇ ਪਹਿਲਾਂ ਦੀ ਤਰ੍ਹਾਂ ਜ਼ਮੀਨ ਵਾਹ ਲਾਂਗੇ, ਅਸੀਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਜਿਹੜੀ ਚੇਤਾਵਨੀ ਅਸੀਂ ਦੇਣਾ ਚਾਹੁੰਦੇ ਹਾਂ ਕਿ ਡੰਮੀ ਬੋਲੀ ਕਰਵਾ ਤਾਂ ਤੁਸੀਂ ਲਾਉਂਗੇ ਪਰ ਪਿਛਲੀ ਵਾਰਾਂ ਦੀ ਤਰ੍ਹਾਂ, ਪਹਿਲਾਂ ਦੀ ਤਰ੍ਹਾਂ ਫਿਰ ਤੁਸੀਂ ਜ਼ਮੀਨ ਦੇ ਵਿੱਚ ਪੈਰ ਨਹੀਂ ਤਾਂ ਪਾਓਗੇ। ਇਸ ਕਰਕੇ ਤੁਸੀਂ ਆਪਦੇ ਪੈਸੇ ਨੂੰ ਜ਼ਬਤ ਕਰਾਉਣ ਤੋਂ ਪਹਿਲਾਂ ਇਹ 100 ਵਾਰ ਸੋਚੋ ਕਿ ਫਿਰ ਜ਼ਮੀਨ ਆ ਜਿਹੜੀ ਸਾਡੇ ਹੱਥ ਦੇ ਵਿੱਚ ਨਹੀਂ ਆਉਣੀ। ਉਹ ਜ਼ਮੀਨ ਐਸੀ ਸਮਾਜ ਦੇ ਲੋਕਾਂ ਦੀ ਆ, ਸਾਡੇ ਦਲਿਤ ਭਾਈਚਾਰੇ ਦੀ ਆ ਤੇ ਉਹ ਸਾਡੇ ਦਲਿਤ ਭਾਈਚਾਰੇ ਦੇ ਹੀ ਝੋਲੀ ਦੇ ਵਿੱਚ ਆਉਣੀ ਚਾਹੀਦੀ ਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਹਦੇ ਤੇ ਪੂਰੇ ਇਕਜੁੱਟ ਹੋ ਕੇ ਜਿਹੜਾ ਸੰਘਰਸ਼ ਆ ਉਹ ਲੜੂਗੀ ਇਹਦੇ ਤੇ। ਹਾਂ,
ਪਹਿਲਵਾਨਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਅਲਟੀਮੇਟ ਦਿੱਤਾ ਗਿਆ। ਕਾਰਵਾਈ ਹੁਣ ਮਸਲਾ ਰਿਹਾ ਹੈ ਗ੍ਰਿਫਤਾਰੀ ਨੂੰ ਲੈ ਕੇ। ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਉਸ ਅਲਟੀਮੇਟਮ ਨੂੰ ਜਾਂ ਤੁਸੀਂ ਕੀ ਸੋਚਦੇ ਹੋ ਜਾਣ ਬਾਰੇ? ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਪਹਿਲਵਾਨਾਂ ਦੇ ਤੌਰ ਤੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਉਹ ਤੇ ਇਹ ਸੋਚਦੀ ਆ ਕਿ ਉਹ ਇਕੱਲੇ ਹਰਿਆਣੇ ਦੀਆਂ ਸਾਡੀਆਂ ਉਹ ਨੌਜਵਾਨ ਕੁੜੀਆਂ ਦਾ ਮਾਮਲਾ ਨਹੀਂ ਹੈ। ਇਹ ਕੱਲ ਨੂੰ ਸਾਡੀਆਂ ਵੀ ਧੀਆਂ ਨੇ, ਸਾਡੀਆਂ ਪੰਜਾਬ ਦੀਆਂ ਵੀ ਧੀਆਂ ਨੇ, ਉਹਨਾਂ ਨੇ ਵੀ ਮਤਲਬ ਇਹੋ ਜਿਹੇ ਖੇਤਰਾਂ ਦੇ ਅੰਦਰ ਅੱਗੇ ਵਧਣਾ। ਜੇ ਇਹੋ ਜਿਹੇ ਗੁੰਡਾ ਅੰਤਰਾਂ ਨੂੰ ਅਸੀਂ ਨੱਥ ਨਾ ਪਾਈ, ਜੇ ਇਹੋ ਜਿਹੇ ਗੁੰਡਾ ਅੰਤਰਾਂ ਨੂੰ ਅਸੀਂ ਧੱਕ ਕੇ ਪਿੱਛੇ ਨਾ ਕੀਤਾ ਤਾਂ ਕੱਲ ਨੂੰ ਉਹਨਾਂ ਦੇ ਹੌਸਲੇ ਨੇ ਜਿਹੜੇ ਹੋਰ ਬੁਲੰਦ ਹੋਣਗੇ। ਤੇ ਇੱਥੇ ਪੰਜਾਬ ਦੀਆਂ ਵੱਖ-ਵੱਖ ਜਿਹੜੀਆਂ ਕਿਸਾਨ ਯੂਨੀਅਨਾਂ ਨੇ, ਨੌਜਵਾਨ ਯੂਨੀਅਨ ਨੇ, ਵਿਦਿਆਰਥੀ ਯੂਨੀਅਨਾਂ ਨੇਗੀਆਂ, ਉਹ ਗਈਆਂ ਨੇ। ਤੇ ਇਹਦੇ ਤੌਰ ਤੇ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤੌਰ ਦੇ ਉੱਤੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜਿਹੜੇ ਵੱਡੇ ਕਾਫਲੇ ਨੇ ਉਹਨਾਂ ਸਾਡੀਆਂ ਭੈਣਾਂ ਦੇ ਹੱਕ ਦੇ ਵਿੱਚ ਅਸੀਂ ਦਿੱਲੀ ਦੀ ਧਰਤੀ ਦੇ ਉੱਤੇ ਲੈ ਕੇ ਜਾਵਾਂਗੇ, ਕਿਉਂਕਿ ਇਹ ਕਾਫਲੇ ਇਸ ਕਰਕੇ ਲਿਜਾਣੇ ਜ਼ਰੂਰੀ ਨੇ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆ, ਆਰਐਸਐਸ ਦੀ ਜਿਹੜੀ ਉਹਦੀ ਸਰਪ੍ਰਸਤੀ ਦੇ ਹੇਠ ਜਿਹੜੀ ਚੱਲ ਰਹੀ ਆ, ਉਹ ਇੱਥੋਂ ਦੇ ਮਤਲਬ ਜਿਹੜੀ ਹੈਗੇ ਤਮਾਮ ਘੱਟ ਗਿਣਤੀਆਂ ਨੂੰ, ਇੱਥੋਂ ਦੇ ਦਲਿਤਾਂ ਨੂੰ ਦਬ ਕੇ ਰੱਖਣਾ ਚਾਹੁੰਦੀ ਆ। ਜੇ ਅਸੀਂ ਗੱਲ ਕਰਨੀ ਹੋਵੇ ਕਿ ਪਿਛਲੇ ਸਾਲ ਸਮੇਂ ਦੇ ਅੰਦਰ ਇੱਕ ਬਿਲਕਸ ਬਾਨੋ ਨਾਂ ਦੀ ਜਿਹੜੀ ਸਾਡੀ ਮੁਸਲਮਾਨ ਜਿਹੜੀ ਔਰਤ ਸੀਗੀ, ਉਹਦੇ ਨਾਲ ਮਤਲਬ ਜਦੋਂ ਬਲਾਤਕਾਰ ਹੁੰਦਾ ਤੇ ਉਹਦੀ ਜਿਹੜੀ ਉਹ FIR ਕਰਾਉਂਦੀ ਆ ਤਾਂ ਉਹ ਬੀਜੇਪੀ ਆਰਐਸਐਸ ਦੇ ਗੁੰਡਿਆਂ ਦੇ ਵੱਲੋਂ ਬਿਲਕਸ ਬਾਨੋ ਦੇ ਪਰਿਵਾਰ ਦੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 17 ਜੀ, ਮਤਲਬ ਇਹ ਦੱਸਦਿਆਂ ਨੂੰ ਵੀ ਜਿਹੜਾ ਹਿਰਦਾ ਹੈ ਉਹ ਬਲੂੰਦਰਿਆ ਜਾਂਦਾ ਕਿ ਉਸ ਦੇ ਪਰਿਵਾਰ ਦੇ 17 ਜੀ ਨੂੰ ਮਤਲਬ ਉਹ ਗੁੰਡਾ ਜਿਹੜੇ ਅਨਸਰ ਨੇ ਉਹਨੂੰ ਮਤਲਬ ਮੌਤ ਦੇ ਘਾਟ ਆ ਜਿਹੜਾ ਉਤਾਰ ਦਿੰਦੇ ਨੇ। ਤੇ ਜਦੋਂ ਉਹ ਮਤਲਬ ਫਿਰ ਵੀ ਆਪਦਾ ਜਿਹੜਾ ਹੈਗਾ ਉਹ ਮਤਲਬ ਉਹ ਸੰਘਰਸ਼ ਨੂੰ ਜਾਰੀ ਰੱਖਦੀ ਆ ਤਾਂ ਕਿਵੇਂ ਨਾ ਕਿਵੇਂ ਕਰਕੇ ਉਹ ਗੁੰਡਿਆਂ ਅਨਸਰਾਂ ਨੂੰ ਮਤਲਬ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਦੀ ਆ। ਤੇ ਇਹ ਤੋਂ ਬਾਅਦ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਜਾਣ ਤੋਂ ਬਾਅਦ ਸ਼ਰਮ ਦੀ ਗੱਲ ਇਹ ਆ ਕਿ 15 ਅਗਸਤ ਦੇ ਉੱਤੇ ਬੀਜੇਪੀ ਸਰਕਾਰ ਦੇ ਵੱਲੋਂ ਉਹਨਾਂ ਗੁੰਡਾ ਅਨਸਰਾਂ ਨੂੰ, ਉਹਨਾਂ ਬਲਾਤਕਾਰੀ ਬੰਦਿਆਂ ਨੂੰ ਜੇਲ੍ਹ ਦੇ ਵਿੱਚੋਂ ਇਸ ਕਰਕੇ ਰਿਹਾ ਕੀਤਾ ਜਾਂਦਾ ਕਿ ਇਹਨਾਂ ਦੇ ਜੇਲ੍ਹ ਦਾ ਵਿੱਚ ਇਹਨਾਂ ਦਾ ਚਾਰ ਚਰਣਾ ਜਿਹੜਾ ਬਹੁਤ ਅੱਛਾ ਆ। ਤੇ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਬੀਜੇਪੀ ਆਰਐਸਐਸ ਦੇ ਕਾਰਜਕਰਤਾ ਦੇ ਵੱਲੋਂ, ਉਹਨਾਂ ਦੇ ਆਗੂਆਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ, ਢੋਲ ਵਜਾਏ ਜਾਂਦੇ ਨੇ, ਭੰਗੜੇ ਪਾਏ ਜਾਂਦੇ ਨੇ, ਪਟਾਕੇ ਚਲਾਏ ਜਾਂਦੇ ਨੇ ਤੇ ਮਤਲਬ ਉਹਨਾਂ ਨੂੰ ਘਰ ਤੱਕ ਇਸ ਰੂਪ ਦੇ ਅੰਦਰ ਛੱਡ ਕੇ ਆਇਆ ਜਾਂਦਾ ਜਿਵੇਂ ਕੋਈ ਉਹ ਦੇਸ਼ ਦੇ ਲਈ ਕੋਈ ਵੱਡੀ ਜੰਗ ਜਿੱਤ ਕੇ ਆਏ ਹੁਣ। ਇਸ ਕਰਕੇ ਸਾਨੂੰ ਜਿਹੜਾ ਹੈਗਾ ਬੀਜੇਪੀ ਦੀ ਮਤਲਬ ਏਜੰਡਿਆਂ ਨੂੰ ਦੇਖ ਲੈ ਨੰਗੇ ਚਿੱਟੇ ਰੂਪ ਦੇ ਅੰਦਰ ਜਿਹੜਾ ਉਹ ਸਮਝ ਲੈਣਾ ਚਾਹੀਦਾ ਕਿ ਇੱਕ ਬਲਾਤਕਾਰੀ ਬੰਦਿਆਂ ਨੂੰ, ਇੱਕ ਕਾਤਲ ਬੰਦਿਆਂ ਨੂੰ ਬੀਜੇਪੀ ਆਰਐਸਐਸ ਦੇ ਗੁੰਡੇ ਨੇ ਜਿਹੜੇ ਇਸ ਰੂਪ ਦੇ ਅੰਦਰ ਪ੍ਰਮੋਟ ਕਰਦੇ ਨੇ ਤਾਂ ਫਿਰ ਕਿਸ ਰੂਪ ਦੇ ਅੰਦਰ ਇੱਥੋਂ ਦੀਆਂ ਘੱਟ ਗਿਣਤੀਆਂ, ਇੱਥੋਂ ਦੇ ਦਲਿਤ, ਇੱਥੋਂ ਦੇ ਸਿੱਖ, ਇੱਥੋਂ ਦੇ ਬੋਧੀ, ਇੱਥੋਂ ਦੇ ਈਸਾਈ ਆ ਜਿਹੜੇ ਉਹ ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਕਰ ਸਕਦੇ ਨੇ। ਇਸ ਕਰਕੇ ਸਾਨੂੰ ਜੇ ਅਸੀਂ ਇਸ ਸਾਡੀਆਂ ਪਹਿਲਵਾਨ, ਸਾਡੀਆਂ ਧੀਆਂ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਭਿਆਨਕ ਹੋਊਗਾ। ਉਸ ਆਉਣ ਵਾਲੇ ਭਿਆਨਕ ਸਮੇਂ ਦੇ ਲਈ ਬੈਰੀਗੇਟ ਬਣ ਕੇ ਪਹਿਲਾਂ ਵੀ ਪੰਜਾਬ ਦੇ ਲੋਕ ਹਮੇਸ਼ਾ ਦੀ ਤਰ੍ਹਾਂ ਖੜੇ ਨੇ। ਪਹਿਲਾਂ ਵੀ ਇੱਥੋਂ ਅਬਦਾਲੀਆਂ ਤੋਂ, ਅਫਗਾਨਾਂ ਤੋਂ, ਤੁਰਕਾਂ ਤੋਂ ਮਤਲਬ ਜਦੋਂ ਜਿਹੜੇ ਸਮੇਂ ਦੇ ਜਿਹੜੇ ਬਾਰ-ਬਾਰ ਸਾਡੇ ਪੰਜਾਬ ਦੇ ਉੱਤੇ ਹਮਲੇ ਕੀਤੇ ਤੇ ਸਾਡੀਆਂ ਧੀਆਂ ਨੂੰ ਉਧਾਲ ਕੇ ਲਿਜਾਂਦੇ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੇ ਉਦੋਂ ਵੀ ਹਿੱਕਾਂ ਢਾਹ ਕੇ ਨੇ ਜਿਹੜੀਆਂ ਪੰਜਾਬ ਦੀਆਂ ਧੀਆਂ ਦੀਆਂ ਇੱਜ਼ਤਾਂ ਨੇ ਜਿਹੜੀਆਂ ਬਚਾਈਆਂ ਨੇ। ਅੱਜ ਫੇਰ ਪੰਜਾਬ ਦੇ ਉੱਤੇ ਆ ਕੇ ਜਿਹੜਾ ਸਵਾਲ ਆ ਉਹ ਖੜਾ ਹੋ ਜਾਂਦਾ ਕਿ ਅੱਜ ਉਹ ਅਬਦਾਲੀ ਨਹੀਂ, ਉਹ ਤੁਰਕ ਨਹੀਂ, ਅੱਜ ਜਿਹੜੀ ਭਾਰਤ ਦੀ ਹਕੂਮਤ ਆ ਜਿਹੜੀ ਉਹ ਸਾਡੀਆਂ ਧੀਆਂ ਨੂੰ ਉਧਾਲ ਕੇ ਜਿਹੜੀ ਆ ਉਹ ਸਾਡੀਆਂ ਧੀਆਂ ਦੀ ਜਿਹੜੀ ਬੇਪਤੀ ਆ ਜਿਹੜੀ ਉਹ ਕਰ ਰਹੀ ਆ। ਇਸ ਕਰਕੇ ਸਮੇਂ ਦੀ ਹਕੂਮਤ ਦੀ ਜਿਹੜੀ ਚੱਲ ਰਹੀ ਚੱਕੀ ਆ ਜੇ ਉਹਨੂੰ ਪੁੱਠਾ ਗੇੜਾ ਦੇਣਾ ਤਾਂ ਲਾਜ਼ਮੀ ਤੌਰ ਦੇ ਉੱਤੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਉਹਦਾ ਮੂੰਹ ਤੋੜਾ ਜਿਹੜਾ ਜਵਾਬ ਆ ਉਹ ਦੇਣਾ ਹੋਊਗਾ। ਤੁਸੀਂ ਸੁਣਿਆ ਲਖਵੀਰ ਸਿੰਘ ਲੌਂਗੋਵਾਲ ਨੂੰ। ਅੱਜ ਸਮੇਂ ਦੀ ਲੋੜ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਅੰਦੋਲਨ ਜਿੱਤਿਆ ਪਰ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਹਮੇਸ਼ਾ ਹੀ ਧੱਕੇਸ਼ਾਹੀਆਂ ਕਰਦੀਆਂ ਰਹੀਆਂ ਨੇ ਤੇ ਲੋਕ ਮੂੰਹ ਮੋੜਦੇ ਰਹੇ ਨੇ। ਉਹਨਾਂ ਪਹਿਲਵਾਨ ਧੀਆਂ ਵੱਲ ਲੋਕਾਂ ਦੀ ਲਾਮਬੰਦੀ ਹੁੰਦੀ ਨਜ਼ਰ ਆਉਂਦੀ ਹੈ ਤੇ ਪਿੰਡਾਂ ਦੇ ਵਿੱਚ ਹੋ ਰਹੀਆਂ ਪੰਚਾਇਤੀ ਜ਼ਮੀਨਾਂ ਡੰਮੀ ਬੋਲੀ ਦੇਣ ਵਾਲੇ ਤੇ ਦਬਾਉਣ ਵਾਲੇ, ਉਹਨਾਂ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ, ਖਬਰਦਾਰ ਹੋਣ ਦੀ ਲੋੜ ਹੈ। ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਜਿਨ੍ਹਾਂ ਦਾ ਹੱਕ ਬਣਦਾ ਹੈ ਉਹਨਾਂ ਤੋਂ ਗਲਤ ਤਰੀਕੇ ਨਾਲ ਉਹ ਜ਼ਮੀਨਾਂ ਜਿਹੜੀਆਂ ਉਕਸਾਈਆਂ ਜਾਂਦੀਆਂ ਨੇ। ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਹੋਰ ਜਥੇਬੰਦੀਆਂ ਵੀ ਇਸ ਲੜਾਈ ਨੂੰ ਲੜਦੀਆਂ ਨਜ਼ਰ ਆਉਂਦੀਆਂ ਨੇ। ਬਣੇ ਰਹੋ ਸਰਲੇਖ ਦੇ ਨਾਲ।